दास महाराज जी गोइंदवाल साहब धरती ते 1574 ईस्वी ਨੂੰ सतगुरु पातशाह महाराज जी ज्योति जोत समाਉਂਦੇ ਨੇ। सतगुरु गुरु अमरदास पातशाह महाराज जी ਜਿਨ੍ਹਾਂ ਦੇ ਜੀਵਨ ਦੇ ਵਿੱਚ ਵੇਖਿਆ ਜਾਵੇ, ਇਤਿਹਾਸ ਝਾਤੀ ਮਾਰਿਆ ਜਾਵੇ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨਿਮਰਤਾ, ਪ੍ਰੇਮ, ਪਿਆਰ ਜਿਨ੍ਹਾਂ ਦੇ ਵਿੱਚ ਬਹੁਤ ਹੈ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਦੋਂ ਗੁਰਤਾ ਗੱਦੀ ਦਿੱਤੀ ਸੀ ਨਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ, ਜਦੋਂ ਗੁਰਤਾ ਗੱਦੀ ਮਿਲਦੀ ਹੈ ਤੇ ਹੁਣ ਜਿਹੜਾ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਦਾ ਵੱਡਾ ਪੁੱਤਰ ਸੀ ਭਾਈ ਦਾਤੂ, ਉਹ ਬੜਾ ਜ਼ਿਆਦਾ ਦੁਖੀ। ਉਹ ਕਹਿੰਦਾ ਪੁੱਤਰ ਮੈਂ ਆ ਗੁਰੂ ਅੰਗਦ ਦੇਵ ਦਾ, ਗੱਦੀ ਜਾ ਕੇ ਹੋਰ ਕਿਸੇ ਬਜ਼ੁਰਗ ਨੂੰ ਦੇ ਦਿੱਤੀ ਹੈ, ਕਿਉਂਕਿ ਬਜ਼ੁਰਗ ਅਵਸਥਾ ਸੀ। ਗੁਰੂ ਪਾਤਸ਼ਾਹ ਮਹਾਰਾਜ 10 ਪਾਤਸ਼ਾਹੀਆਂ ਹੋਈਆਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕਰਕੇ ਤੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਰੀਰ ਕਰਕੇ। ਸਤਿਗੁਰੂ ਪਾਤਸ਼ਾਹ ਨੇ ਮਹਾਰਾਜ ਨੇ ਇੱਥੇ ਉਮਰ ਦੀ ਗੱਲ ਨਹੀਂ ਕੀਤੀ, ਇੱਥੇ ਗਿਆਨ ਦੀ ਗੱਲ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਦਿਖਾਇਆ ਕਿ ਭਾਵੇਂ ਬਾਲ ਅਵਸਥਾ ਹੈ, ਭਾਵੇਂ ਜਵਾਨੀ ਹੈ ਤੇ ਭਾਵੇਂ ਬਿਰਧ ਅਵਸਥਾ ਹੈ, ਇਹ ਤਿੰਨਾਂ ਅਵਸਥਾ ਦੇ ਵਿੱਚ ਹੀ ਪਰਮੇਸ਼ਰ ਨੂੰ ਪਾਇਆ ਜਾ ਸਕਦਾ, ਵਡਿਆਇਆ ਜਾ ਸਕਦਾ। ਇਹ ਨਹੀਂ ਕਿ ਜੇ ਕੋਈ ਕਵੇ ਕਿ ਮੈਂ ਬਚਪਨ 'ਚ ਨਹੀਂ ਜਾਂ ਕੋਈ ਜਵਾਨੀ 'ਚ ਹੋ ਕੇ ਬਜ਼ੁਰਗ ਨਹੀਂ ਪਾ ਸਕਦਾ, ਕਿਸੇ ਵੀ ਉਮਰ 'ਚ ਪਾ ਸਕਦਾ ਹੈ। ਮਹਾਰਾਜ ਨੇ ਦਿਖਾਇਆ ਸਾਨੂੰ। ਹੁਣ ਜਿੱਦਾਂ ਬਾਲ ਅਵਸਥਾ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ 7 ਕੁ ਸਾਲ ਦੀ ਉਮਰ ਹੈ, ਜਦੋਂ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਜਾਂਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ। ਹੁਣ 7 ਕੁ ਸਾਲ ਦੀ ਕਿੰਨੀ ਉਮਰ ਹੁੰਦੀ ਹੈ? ਸਭ ਤੋਂ ਛੋਟੇ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਉਮਰ ਦੇ ਵਿੱਚ। ਅਤੇ ਗਿਆਨ ਜਿਨ੍ਹਾਂ ਨੇ ਇਹਨਾਂ ਪੰਡਤਾਂ ਨੂੰ ਵੀ ਢਹਿ ਟੱਕ ਕੇ ਪੈਰੀ ਪਾ ਲਿਆ ਸੀ ਕਿ ਕਹਿੰਦੇ ਸੀ ਕਿ ਤੁਹਾਡਾ ਨਾਮ ਹਰਿਕ੍ਰਿਸ਼ਨ ਹੈ ਪਰ ਕਰਾਮਾਤ ਕਿੰਨੀ ਹੈ। ਮਹਾਰਾਜ ਨੇ ਉਹਨਾਂ ਦਾ ਹੰਕਾਰ ਬੰਨਿਆ। ਫਿਰ ਜਵਾਨੀ ਦੀ ਜੇ ਗੱਲ ਕਰੀਏ ਤਾਂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਗੁਰਤਾ ਗੱਦੀ ਗੁਰੂ ਮਹਾਰਾਜ ਦੀ ਸਾਂਭੀ। ਫਿਰ ਜੇ ਗੱਲ ਬਿਰਧ ਅਵਸਥਾ ਦੀ ਕਹਿੰਦੇ ਆ ਤੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਦੀ ਕਰੀਬ 70 ਕੁ ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੁੰਦੀ ਹੈ। ਉਹਨਾਂ ਨੇ ਇਹ ਨਹੀਂ ਵੇਖਿਆ ਕਿ ਇਹਨਾਂ ਦੀ ਉਮਰ ਜ਼ਿਆਦੀ ਹੈ ਜੇ ਇਹਨਾਂ ਨੂੰ ਹੁਣ ਗੁਰਤਾ ਗੱਦੀ ਨੇ ਸਮਾਂ ਕਿੰਨਾ ਹੈ, ਪਰ ਨਹੀਂ, ਸੇਵਾ ਇੰਨੀ ਜ਼ਿਆਦੀ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦੇ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਅਮਰਦਾਸ ਪਾਤਸ਼ਾਹ ਨੇ ਲਗਾਤਾਰ 12 ਸਾਲ ਸੇਵਾ ਕੀਤੀ ਗੁਰੂ ਅੰਗਦ ਦੇਵ ਮਹਾਰਾਜ ਦੀ। ਰੋਜ਼ ਜਾਣਾ ਖਡੂਰ ਸਾਹਿਬ ਤੋਂ ਚੱਲ ਕਰਕੇ ਗੋਇੰਦਵਾਲ ਸਾਹਿਬ ਬਿਆਸ ਦਰਿਆ, ਅੱਜ ਵੀ ਜਦੋਂ ਜਾਈਦਾ ਨਾ ਗੋਇੰਦਵਾਲ ਸਾਹਿਬ ਸਥਾਨ 'ਤੇ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਸਥਾਨ ਹੈ ਚਵਾਰਾ ਸਾਹਿਬ, ਉੱਥੇ ਸਤਿਗੁਰੂ ਮਹਾਰਾਜ ਦੇ ਸਥਾਨ ਤੋਂ ਦਿਖਦਾ ਹੈ ਬਿਆਸ ਦਰਿਆ, ਅਤੇ ਉੱਥੇ ਰੋਜ਼ ਸਤਿਗੁਰੂ ਪਾਤਸ਼ਾਹ ਨੇ ਜਾਣਾ ਅੰਮ੍ਰਿਤ ਵੇਲੇ ਉੱਠ ਕਰਕੇ ਅਤੇ ਆਣ ਕਰਕੇ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਇਸ਼ਨਾਨ ਕਰਾਉਣਾ। ਹੁਣ ਜੇ ਗੱਲ ਕੀਤੀ ਜਾਵੇ ਕਿ ਆਪਾਂ ਕਹਿੰਦੇ ਹਾਂ ਕਿ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਨੌਜਵਾਨਾਂ ਨੂੰ, ਪਰ ਇੱਧਰ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਉਮਰ ਛੋਟੀ ਹੈ ਅਤੇ ਗੁਰੂ ਅਮਰਦਾਸ ਮਹਾਰਾਜ ਦੀ ਉਮਰ ਜ਼ਿਆਦੀ ਹੈ, ਪਰ ਉਹ ਹਜੇ ਸਿੱਖ ਨੇ, ਸੇਵਕ ਨੇ, ਅਤੇ ਗੁਰੂ ਅੰਗਦ ਦੇਵ ਮਹਾਰਾਜ ਗੁਰੂ ਨੇ, ਤਾਂ ਕਰਕੇ ਉਹਨਾਂ ਦੀ ਸੇਵਾ ਕਰਦੇ ਨੇ। ਲਗਾਤਾਰ 12 ਸਾਲ ਰੋਜ਼ ਗਾਗਰ ਰੱਖਣੀ ਮੋਢੇ 'ਤੇ, ਜਿੰਨਾ ਚਿਰ ਅੱਖਾਂ ਸਾਹਮਣੇ ਖਡੂਰ ਸਾਹਿਬ ਦਿਖਦਾ ਰਹਿਣਾ ਅਤੇ ਪੁੱਠੇ ਪੈਰ ਚੱਲਦੇ ਸਨ, ਭਾਵ ਕਿ ਪੁੱਠੇ ਕਦਮ ਚੱਲਦੇ ਸਨ ਕਿ ਮੇਰੀ ਪਿੱਠ ਨਾ ਗੁਰੂ ਵੱਲ ਹੋ ਜਾਵੇ, ਮੈਂ ਮਹਾਰਾਜ ਵੱਲ ਵੇਖਦਾ ਜਾਵਾਂ, ਕਿਤੇ ਮਹਾਰਾਜ ਵੱਲ ਪਿੱਛਾ ਨਾ ਹੋ ਜਾਵੇ। ਉਹਨਾਂ ਨੇ ਉਹਨਾਂ ਸਮਾਂ ਆਂਦੇ ਪਿਛਲੇ ਪਾਏ ਚੱਲਦੇ ਸਨ ਅਤੇ ਰੋਜ਼ ਜਾਣਾ। ਕਦੇ ਆਪਾਂ ਲਗਾਤਾਰ 12 ਦਿਨ ਦਾ ਕੋਈ ਰੂਟੀਨ ਰੱਖ ਲਈਏ ਨਾ ਕਿ ਅਸੀਂ 12 ਦਿਨ ਗੁਰੂ ਘਰ ਜਾਣਾ ਹੀ ਜਾਣਾ ਹੈ, 12 ਦਿਨ ਅਸੀਂ ਬਾਣੀ ਪੜ੍ਹਨੀ ਹੈ, ਆਂਦੇ ਕੋਈ ਪਤਾ ਨਹੀਂ, ਪੱਕਾ ਨਹੀਂ ਕਿ ਉਹ 12 ਦਿਨ ਸਾਡੇ ਨਿਭਣ। ਕੋਈ 12 ਮਹੀਨੇ ਨਹੀਂ ਨਿਭਾ ਸਕਦਾ, 12 ਦਿਨ ਨਹੀਂ ਨਿਭਾ ਸਕਦਾ, 12 ਘੜੀਆਂ ਬਹਿ ਕੇ ਨਹੀਂ ਕੋਈ ਜਾਪ ਕਰ ਸਕਦਾ। ਪਰ ਗੁਰੂ ਅਮਰਦਾਸ ਮਹਾਰਾਜ ਦੀ ਅਕਥ ਕਥਾ ਹੈ, ਜਿਨ੍ਹਾਂ ਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਭੱਟ ਕਵੀਆਨ ਕਹਿੰਦੇ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੇ। ਗੁਰੂ ਅਮਰਦਾਸ ਮਹਾਰਾਜ ਤੇਰੀ ਉਪਮਾ ਨੂੰ ਤੂੰ ਹੀ ਜਾਣਦੇ ਆ, ਮੈਂ ਵਿਚਾਰਾ ਜੀਵ ਜੰਤ ਕੀ ਕਹਿ ਸਕਦਾ। ਤੇ ਸਤਿਗੁਰੂ ਪਾਤਸ਼ਾਹ ਇੱਕ ਦਿਨ ਐਸਾ ਆਇਆ, ਝੱਖੜ ਝਾਂਦੀ ਮੀਂਹੋਂ ਵਰਸੇ ਪੀ ਗੁਰ ਦੇਖਣ ਜਾਈ।
ਫਿਰ ਵੀ ਸੇਵਾ ਕੀਤੀ। ਮੀਂਹ ਪੈ ਰਿਹਾ ਸੀ, ਹਨੇਰੀ ਬਹੁਤ ਜ਼ਿਆਦੀ ਹੈ, ਕਾਲੀਆਂ ਘਟਾਂ ਛਾਈਆਂ ਪਈਆਂ ਨੇ। ਗੁਰੂ ਮਹਾਰਾਜ ਗੁਰੂ ਅਮਰਦਾਸਾਂ ਨੇ ਗਾਗਰ ਚੁੱਕੀ, ਮੋਢੇ ਤੇ ਰੱਖੀ, ਖਡੂਰ ਸਾਹਿਬ ਤੋਂ ਚੱਲ ਪਏ ਗੋਇੰਦਵਾਲ ਸਾਹਿਬ ਨੂੰ। ਜਲ ਦੀ ਗਾਗਰ ਭਰੀ, ਬਿਆਸ ਦਰਿਆ ਤੋਂ ਵਾਪਸ ਆ ਰਹੇ ਨੇ ਤੇ ਰਸਤੇ ਵਿੱਚ ਆਉਂਦਿਆਂ ਰਾਹ ਦੇ ਵਿੱਚ ਕੋਈ ਕਿੱਲਾ ਗੱਡਿਆ ਸੀ ਰਸਤੇ ਵਿੱਚ, ਤੇ ਹਨੇਰਾ ਹੋਣ ਕਰਕੇ ਕੱਚੇ ਰਾਹ ਹੁੰਦੇ ਸਨ, ਉਦੋਂ ਪੈਰ ਫਿਸਲ ਗਿਆ। ਉਸ ਜਿਹੜਾ ਉੱਥੇ ਹੈਗਾ ਸੀ ਕੋਈ ਕਿੱਲਾ ਗੱਡਿਆ ਸੀ, ਉਹਦੇ ਨਾਲ ਪੈਰ ਅਟਕ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਡਿੱਗ ਪਏ। ਜਦੋਂ ਡਿੱਗ ਪਏ ਤੇ ਗਾਗਰ ਖੜਕਣ ਦੀ ਆਵਾਜ਼ ਆਈ ਤੇ ਲਾਗੇ ਕਿਸੇ ਜੁਲਾਹੇ ਦਾ ਘਰ ਸੀ। ਜੁਲਾਹੇ ਦਾ ਲਾਗੇ ਘਰ ਸੀ ਤੇ ਆਂਦੇ ਜੁਲਾਹੇ ਦੀ ਘਰ ਦੀ ਜੁਲਾਹੀ ਬੋਲੀ ਤੇ ਜੁਲਾਹਾ ਕਹਿੰਦਾ ਕਿ ਕੌਣ ਹੈ, ਬਾਹਰ ਆਵਾਜ਼ਾਂ ਆ ਰਹੀਆਂ ਨੇ। ਉਹਦੇ ਘਰ ਦੀ ਕਹਿੰਦੀ ਉਹ ਹੋਣਾ ਅਮਰੂ ਨਥਾਵਾਂ, ਨਾ ਆਪ ਸੌਂਦਾ ਤੇ ਨਾ ਸਾਨੂੰ ਸੌਣ ਦਿੰਦਾ। ਨਾ ਇਹਦਾ ਕੋਈ ਅੰਨਾ, ਨਾ ਕੋਈ ਬੰਨਾ, ਨਾ ਇਹਦਾ ਕੋਈ ਘਰ, ਨਾ ਬਾਹਰ ਰਹਿੰਦਾ, ਇੱਥੇ ਗੁਰੂ ਘਰ ਦੇ ਵਿੱਚ ਰਹਿੰਦਾ ਹੈ, ਇੱਥੇ ਹੀ ਆਧਾ ਜੀਵਨ ਗੁਜ਼ਾਰਾ ਕਰ ਰਿਹਾ, ਰੋਟੀ ਪਾਣੀ ਕਰ ਰਿਹਾ। ਤੇ ਗੁਰੂ ਅਮਰਦਾਸ ਮਹਾਰਾਜ ਦੇ ਕੰਨਾਂ ਵਿੱਚ ਆਵਾਜ਼ ਪੈ ਗਈ, ਸਰਵਣਾ ਦੇ ਵਿੱਚ ਸੁਣ ਲਿਆ। ਤੇ ਗੁਰੂ ਮਹਾਰਾਜ ਅਮਰਦਾਸ ਪਾਤਸ਼ਾਹ ਦੇ ਸਹਿਜ ਸੁਭਾਏ ਬਚਨ ਗਏ ਕਿ ਮਹਾਰਾਜ ਕਹਿੰਦੇ ਹੈ ਕਮਲੀਏ, ਮੈਂ ਨਿਥਾਵਾਂ ਨਹੀਂ, ਮੈਂ ਗੁਰੂ ਵਾਲਾ ਵਾਂ। ਨਿਥਾਵਾਂ ਉਹ ਹੁੰਦਾ ਜਿਹਦਾ ਕੋਈ ਥਾਂ ਨਾ ਹੋਵੇ, ਜਿਹਦਾ ਕੋਈ ਮਾਲਕ ਨਾ ਹੋਵੇ। ਮੇਰਾ ਤੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਹੈ। ਮੈਂ ਨਿਥਾਵਾਂ ਨਹੀਂ, ਮੈਂ ਥਾਂ ਵਾਲਾ ਹਾਂ। ਮੇਰਾ ਕੋਈ ਪਿਤਾ ਹੈ, ਮੇਰਾ ਮੁਰਸ਼ਦ ਹੈ, ਮੇਰਾ ਗੁਰੂ ਹੈ, ਮੇਰਾ ਰਹਿਬਰ ਹੈ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ। ਇਹ ਤੋਂ ਬਿਨਾਂ ਮੇਰਾ ਕੋਈ ਨਹੀਂ ਦੁਨੀਆ ਵਿੱਚ। ਤਾਂ ਕਰਕੇ ਮੈਂ ਆਪਣੀ ਬਾਪ ਦੀ ਸ਼ਰਨ ਦੇ ਵਿੱਚ ਰਹਿਣਾ, ਉਹਦੇ ਘਰ ਦੇ ਵਿੱਚ ਰਹਿਣਾ। ਗੁਰੂ ਮਹਾਰਾਜ ਨੇ ਗਾਗਰ ਦਾ ਪਾਣੀ ਨਹੀਂ ਡੁੱਲਣ ਦਿੱਤਾ, ਮੋਢੇ ਤੇ ਟਿਕਾ ਛੱਡੀ। ਆਵਾਜ਼ ਤਾਂ ਭਾਵੇਂ ਆਈ ਡਿੱਗਣ ਦੀ, ਮਹਾਰਾਜ ਨੇ ਇੱਦਾਂ ਹੀ ਗਾਗਰ ਚੁੱਕੀ ਤੇ ਪਹੁੰਚ ਗਏ ਖਡੂਰ ਸਾਹਿਬ। ਮਹਾਰਾਜ ਦਾ ਇਸ਼ਨਾਨ ਕਰਵਾਇਆ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਤੇ ਅੰਤਰਜਾਮੀ ਨੇ ਸਤਿਗੁਰੂ ਪਾਤਸ਼ਾਹ ਸਭ ਜਾਂਦੇ ਮਾਰੇ ਪੁੱਛਦੇ ਨੇ ਕਿ ਵਸਤਰ ਗੰਦੇ ਹੋ ਗਏ, ਕਿਉਂਕਿ ਹੁਣ ਮੀਂਹ ਪਿਆ, ਵਸਤਰ ਉੱਥੇ ਮਿੱਟੀ ਦੇ ਕਾਰਨ ਗੰਦੇ ਹੋ ਗਏ। ਪੁੱਛਦੇ ਨੇ ਕੀ ਹੋਇਆ? ਮਾਰੇ ਕੁਛ ਨਹੀਂ, ਬਸ ਆਪ ਜੀ ਕਿਰਪਾ ਕਰਨੀ, ਸੇਵਾ ਚੱਲਦੇ ਰਹੀਏ, ਮਾਰੇ ਆਪ ਦੀ ਸੇਵਾ ਕਰਦੇ ਰਹੀਏ, ਸ਼ਰਨ 'ਚ ਰਹੀਏ। ਇੱਧਰ ਸਮਾਂ ਹੋਇਆ, ਦਿਨ ਹੋਇਆ। ਜਿਹੜੀ ਜੁਲਾਹਾ ਤੇ ਜੁਲਾਹਣ ਦੋਹਾਂ ਨੇ ਆਂਦੇ ਇਹਨੇ ਬਚਨ ਕੀਤੇ ਸਨ ਮਾਰਨ ਨੂੰ ਕਿ ਅਮਰੂ ਨਥਾਵਾਂ ਹੈ। ਤੇ ਗੁਰੂ ਮਹਾਰਾਜ ਨੇ ਸਹਿਜ ਸੁਭਾਏ ਬਚਨ ਕਰਦੇ ਸਨ ਕਿ ਕਮਲੀਏ ਮੈਂ ਨਥਾਵਾਂ ਨਹੀਂ। ਉਹ ਸੱਚੀ ਕਮਲੀ ਹੋ ਗਈ। ਮਹਾਰਾਜ ਨੇ ਇਹ ਨਹੀਂ ਸੀ ਉਹਨੂੰ ਕਮਲਾ ਕਰਨ ਵਾਸਤੇ ਕਹੇ ਸਨ, ਵੈਸੇ ਭੋਲੇ ਸੁਭਾਏ ਬਚਨ ਕਰ ਦਿੱਤੇ। ਉਹ ਕਮਲੀ ਹੋ ਗਈ, ਪਾਗਲ ਹੋ ਗਈ। ਆਂਦੇ ਆਪਣੇ ਜੰਗਲ ਦੇ ਵਿੱਚ ਭੱਜ ਗਈ, ਵਸਤਰ ਲਾ ਲਿੱਤੇ, ਪਵਾਲ ਪੁੱਟਣੇ ਸ਼ੁਰੂ ਕਰ ਦਿੱਤੇ। ਉਹ ਭੱਜਾ ਆਇਆ ਗੁਰੂ ਮਹਾਰਾਜ ਦੀ ਸ਼ਰਨ ਦੇ ਵਿੱਚ। ਮਹਾਰਾਜ ਮਾਫ ਕਰ ਦੋ, ਗਲਤੀ ਹੋ ਗਈ, ਭੁੱਲ ਹੋ ਗਈ। ਮਹਾਰਾਜ ਜੀ ਤੁਸੀਂ ਸਵੇਰੇ ਬਚਨ ਕਰ ਦਿੱਤੇ ਸਨ, ਮੇਰੀ ਘਰ ਵਾਲੀ ਸੱਚੀ ਕਮਲੀ ਹੋ ਗਈ ਜੀ, ਬਖਸ਼ ਲਓ, ਉਹਨੂੰ ਠੀਕ ਕਰ ਦੋ। ਮਹਾਰਾਜ ਕਹਿੰਦੇ ਸਾਨੂੰ ਤਾਂ ਪਤਾ ਨਹੀਂ, ਅਸੀਂ ਨੇ ਵੈਸੇ ਹੀ ਬਚਨ ਕੀਤੇ ਸਨ। ਆਂਦੇ ਜਾਓ ਲੈ ਆਓ ਉਹਨਾਂ ਨੂੰ ਇੱਥੇ ਘਰ ਦੇ ਵਿੱਚ, ਗੁਰੂ ਘਰ ਦੇ ਵਿੱਚ। ਜਦੋਂ ਲੈ ਕੇ ਆਂਦਾ ਫੜ ਕੇ ਤੇ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਸਾਰੀ ਆਂਦੇ ਉਹ ਫਿਰ ਠੀਕ ਹੋ ਗਈ। ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ, ਗੁਰੂ ਮਹਾਰਾਜ ਦੇ ਬਚਨਾਂ ਦੇ ਵਿੱਚ ਇੰਨੀ ਸ਼ਕਤੀ ਹੈ। ਤੇ ਅੱਜ ਵੀ ਗੋਇੰਦਵਾਲ ਸਾਹਿਬ ਜਾਓ ਨਾ, ਉਹ ਸਥਾਨ ਹੈ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਠੇਡਾ ਲੱਗਾ ਸੀ। ਕਹਿੰਦੇ ਉਹ ਜਿਹੜਾ ਕਿੱਲਾ ਸੀ ਨਾ, ਹੁਣ ਕਿੱਲੇ ਦੀ ਕੋਈ ਜੜ ਨਹੀਂ ਹੁੰਦੀ, ਉਹਨਾਂ ਤਾਂ ਇੱਕ ਲੱਕੜ ਲੈ ਕੇ ਘੜ ਕਰਕੇ ਤੇ ਗੱਡ ਦਈਦਾ ਕਿ ਮੱਝਾਂ ਬੰਨਣ ਵਾਸਤੇ। ਆਂਦੇ ਉਹ ਕਿੱਲਾ ਹੀ ਗੱਡਿਆ ਸੀ ਤੇ ਮਹਾਰਾਜ ਦਾ ਚਰਨ ਛੋਹਣ ਕਰਕੇ ਉਹ ਵੀ ਕਹਿੰਦੇ ਹਰਿਆ ਭਰਿਆ ਹੋ ਗਿਆ। ਤੇ ਅੱਜ ਉਹ ਦਰਖਤ ਦੇ ਰੂਪ 'ਚ ਹੈ। ਗੋਇੰਦਵਾਲ ਸਾਹਿਬ ਤੋਂ ਦਰਸ਼ਨਦਾਰੇ ਕਰਨ ਨੂੰ ਮਿਲਦੇ ਨੇ। ਤੇ ਗੁਰੂ ਅਮਰਦਾਸ ਮਹਾਰਾਜ ਸੂਕੇ ਕਾਸ਼ਟ ਹਰਿਆ, ਜਿਨ੍ਹਾਂ ਦੀ ਬਾਣੀ ਦੇ ਵਿੱਚ ਮਹਾਰਾਜ ਦੇ ਸ਼ਬਦ ਨੇ, ਬਚਨਾਂ ਵਿੱਚ ਸ਼ਕਤੀ ਹੈ। ਸੁੱਕਿਆਂ ਨੂੰ ਵੀ ਹਰਿਆ ਕਰਨ ਵਾਲੇ, ਭਾਵੇਂ ਕੋਈ ਦਰਖਤ ਹੈ ਤੇ ਭਾਵੇਂ ਕੋਈ ਕਿਸੇ ਦਾ ਹਿਰਦਾ ਹੈ ਤੇ ਭਾਵੇਂ ਮਨ ਹੈ, ਸ਼ਾਂਤ ਕਰਨ ਵਾਲੇ ਨੇ। ਤੇ ਜਦੋਂ ਗੁਰੂ ਮਹਾਰਾਜ ਬੜੇ ਖੁਸ਼ ਹੋਏ, ਗੁਰੂ ਅੰਗਦ ਦੇਵ ਮਹਾਰਾਜ ਇਹਨਾਂ ਦੀ ਸੇਵਾ ਵੇਖ ਕੇ ਇੰਨੇ ਜ਼ਿਆਦਾ ਖੁਸ਼ ਹੋਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹਨਾਂ ਨੂੰ ਗੁਰਤਾ ਗੱਦੀ ਸੌਂਪਣ ਵਾਸਤੇ ਦਿਨ ਚੁਣ ਲਿਆ। ਜਦੋਂ ਗੁਰਤਾ ਗੱਦੀ ਸਤਿਗੁਰੂ ਪਾਤਸ਼ਾਹ ਨੇ ਦੇ ਦਿੱਤੀ ਤੇ ਫਿਰ ਮਹਾਰਾਜ ਨੇ 12 ਵਰ ਵੀ ਦਿੱਤੇ। ਸਤਿਗੁਰੂ ਪਾਤਸ਼ਾਹ ਨੇ ਮਹਾਰਾਜ ਕਹਿੰਦੇ ਸਨ ਕਿ ਤੈਨੂੰ ਜਲਾਈ ਕਹਿੰਦੀ ਸੀ ਨਾ ਨਿਥਾਵਾਂ ਹੈ। ਮਹਾਰਾਜ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਵਰ ਦਿੱਤੇ, ਤੂੰ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ,
ਨੇ ਆਸਰਿਆਂ ਦੇ ਆਸਰੇ, ਨੇ ਪੱਤਿਆਂ ਦੀ ਨੇ ਪੱਤ, ਨੇ ਗੱਤਿਆਂ ਦੀ ਨੇ ਗੱਤ, ਨੇ ਥਾਵਿਆਂ ਦਾ ਥਾਮ ਹੈ ਤੈਂ ਗੁਰੂ ਅਮਰਦਾਸ ਪਾਤਸ਼ਾਹ। ਜਿਹੜਾ ਵੀ ਤੇਰੀ ਸ਼ਰਨ ਵਿੱਚ ਆਵੇ, ਤੇਰਾ ਨਾਮ ਧਿਆ ਲਵੇ, ਉਹਦਾ ਮਾਲਕ ਤੇ ਉਹਦੀ ਪ੍ਰਤਪਾਲਨਾ ਕਰਨ ਵਾਲਾ ਤੂੰ ਹੈ। ਜਿਹਦਾ ਕੋਈ ਨਹੀਂ ਉਹਦਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਹੈ। ਤੇ ਗੁਰੂ ਅਮਰਦਾਸ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ। ਤੇ ਜਿਹੜਾ ਹੁਣ ਭਾਈ ਦਾਤੂ ਹੈ, ਗੁਰੂ ਅੰਗਦ ਦੇਵ ਮਹਾਰਾਜ ਦਾ ਵੱਡਾ ਸਾਹਿਬਜ਼ਾਦਾ, ਉਹਨੂੰ ਬੜਾ ਗੁੱਸਾ ਚੜਿਆ। ਉਹ ਕਹਿੰਦਾ ਅਸੀਂ ਮਾਲਕੀਅਤ ਹੋਵੇ, ਮੇਰੇ ਪਿਤਾ ਦੀ ਗੱਦੀ ਹੋਵੇ ਤੇ ਇਹਨਾਂ ਨੂੰ ਮਿਲ ਜਾਵੇ। ਆਂਦੇ ਗੁੱਸੇ ਦੇ ਸਹਿਤ ਆਇਆ, ਘੋੜੀ ਤੇ ਚੜ੍ਹ ਕੇ ਆਇਆ। ਨਾਲਦਿਆਂ ਨੇ ਵੀ ਭਟਕਾ ਦਿੱਤਾ। ਜਿਹੜਾ ਮਨ ਥੋੜਾ ਬਹੁਤਾ ਸ਼ਾਂਤੀ ਉਹ ਵੀ ਭਟਕ ਗਿਆ। ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਸਨ ਗੋਇੰਦਵਾਲ ਸਾਹਿਬ। ਭਾਈ ਦਾਤੂ ਆਇਆ, ਆਉਂਦਿਆਂ ਇਹਨੇ ਕੋਈ ਫਤਿਹ ਨਹੀਂ ਬੁਲਾਈ, ਮੱਥਾ ਨਹੀਂ ਟੇਕਿਆ, ਸਤਿਕਾਰ ਨਾ ਕੀਤਾ। ਮਹਾਰਾਜ ਤਖਤ ਤੇ ਬਿਰਾਜਮਾਨ ਸਨ, ਸਿੰਘਾਸਨ ਤੇ ਬੈਠੇ ਸਨ। ਦਾਤੂ ਨੇ ਆਣ ਕਰਕੇ ਮਹਾਰਾਜ ਦੇ ਸਿਰ ਦੇ ਵਿੱਚ, ਵੱਖੀ ਦੇ ਵਿੱਚ, ਛਾਤੀ ਦੇ ਵਿੱਚ ਲੱਤ ਮਾਰ ਦਿੱਤੀ। ਜਦੋਂ ਮਹਾਰਾਜ ਗੁਰਤਾ ਗੱਦੀ ਦੇ ਬੈਠੇ ਨੇ, ਜਦੋਂ ਲੱਤ ਮਾਰੀ ਹੈ ਤੇ ਸਤਿਗੁਰੂ ਮਹਾਰਾਜ ਤਖਤ ਤੋਂ ਥੱਲੇ ਡਿੱਗ ਗਏ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਭਾਈ ਦਾਤੂ ਦੇ ਚਰਨ ਫੜ ਲਏ। ਸਤਿਗੁਰੂ ਪਾਤਸ਼ਾਹ ਨੇ ਅੱਗੋਂ ਕੁਝ ਕਿਹਾ ਨਹੀਂ। ਸਿੱਖ ਤਾਂ ਉੱਠਣ ਲੱਗੇ ਸੀ ਇਹਨੂੰ ਮਾਰਨ ਵਾਸਤੇ, ਕੁੱਟਣ ਵਾਸਤੇ, ਕਿ ਗੁਰੂ ਨੂੰ ਲੱਤ ਮਾਰਨ ਵਾਲਾ ਤੂੰ ਕੌਣ ਹੁੰਦਾ? ਸਾਡੇ ਤੋਂ ਬਰਦਾਸ਼ਤ ਨਹੀਂ ਹੁੰਦਾ। ਗੁਰੂ ਨੂੰ ਕੋਈ ਉੱਚਾ ਬੋਲ ਜੇ ਉਹ ਨਹੀਂ ਅਸੀਂ ਬਰਦਾਸ਼ਤ ਕਰ ਸਕਦੇ। ਤੂੰ ਲੱਤ ਮਾਰ ਕੇ ਜਾਵੇਂਗਾ ਕਿੱਥਾ? ਪਰ ਮਹਾਰਾਜ ਨੇ ਰੋਕ ਦਿੱਤਾ, ਕੋਈ ਨਾ ਉੱਠਿਆ। ਤੇ ਮਹਾਰਾਜ ਨੇ ਚਰਨ ਫੜ ਲਏ ਭਾਈ ਦਾਤੂ ਦੇ। ਤੇ ਅੱਗਿਓਂ ਬਚਨ ਜੋ ਕੀਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਬਾਬਾ ਦਾਤੂ ਜੀ ਤੁਸੀਂ ਜੋ ਕੀਤਾ ਬਿਲਕੁਲ ਸਹੀ ਕੀਤਾ, ਸਹੀ ਕੀਤਾ ਕਿ ਤੁਸੀਂ ਸਾਡੇ ਗੁਰੂ ਦੇ ਸਾਹਿਬਜ਼ਾਦੇ ਜੇ, ਸਾਡੇ ਗੁਰੂ ਦੇ ਪੁੱਤਰ ਜੇ। ਮੇਰਾ ਬਣਦਾ ਸੀ ਸਤਿਕਾਰ ਕਰਨਾ, ਤੁਸੀਂ ਆਏ, ਮੈਂ ਖੜੇ ਹੁੰਦਾ, ਮੈਂ ਤੁਹਾਨੂੰ ਉੱਚੀ ਥਾਂ ਤੇ ਬਾਉਂਦਾ, ਤੁਹਾਡਾ ਸਤਿਕਾਰ ਕਰਦਾ। ਮੈਂ ਤਖਤ ਤੇ ਬੈਠਾ ਰਿਹਾ, ਗੱਦੀ ਤੇ ਬੈਠਾ ਰਿਹਾ, ਤੁਸੀਂ ਲੱਤ ਮਾਰ ਕੇ ਮੈਨੂੰ ਸਹੀ ਕੀਤਾ, ਮੈਨੂੰ ਮੇਰੀ ਔਕਾਤ ਦਿਖਾ ਦਿੱਤੀ। ਮਹਾਰਾਜ ਨੇ ਕੁਝ ਬਚਨਾ ਕੀਤੇ ਤੇ ਪੈਰ ਫੜ ਕੇ, ਚਰਨ ਫੜ ਕੇ ਭਾਈ ਦਾਤੂ ਦੇ ਘੁੱਟਣ ਦੇ ਪਏ। ਕਹਿੰਦੇ ਕਿ ਭਾਈ ਦਾਤੂ, ਬਾਬਾ ਦਾਤੂ, ਮੈਂ ਹੋ ਗਿਆ ਹਾਂ ਬਜ਼ੁਰਗ, ਮੇਰੀਆਂ ਹੱਡੀਆਂ ਨਿਕਲ ਆਈਆਂ ਨੇ ਬਾਹਰ, ਮਾਸ ਇੰਨਾ ਸਰੀਰ ਤੇ ਰਿਹਾ ਨਹੀਂ। ਤੇਰੀ ਹਜੇ ਚੜ੍ਹਦੀ ਜਵਾਨੀ ਹੈ, ਤੇਰੇ ਹਜੇ ਚਰਨ ਕੋਮਲ ਨੇ। ਤੂੰ ਜਦੋਂ ਮੇਰੇ ਹਿੱਕ ਦੇ ਵਿੱਚ, ਛਾਤੀ ਵਿੱਚ ਲੱਤ ਮਾਰੀ ਹੈ ਕਿ ਮੇਰੀਆਂ ਹੱਡੀਆਂ ਕਿਤੇ ਤੇਰੇ ਪੈਰ ਨੂੰ ਚੁੱਭ ਤਾਂ ਨਹੀਂ ਗਈਆਂ? ਕਿਤੇ ਤੇਰੇ ਪੈਰ ਨੂੰ ਕੋਈ ਦਰਦ ਤਾਂ ਨਹੀਂ ਹੋਈ ਕਿ ਮੇਰੇ ਲੱਤ ਵਜਨ ਕਰਕੇ ਮੇਰੀਆਂ ਹੱਡੀਆਂ ਨਿਕਲ ਗਈਆਂ ਨੇ, ਮੇਰੀਆਂ ਹੱਡੀਆਂ ਤੇਰੇ ਪੈਰ 'ਚ ਵੱਜ ਗਈਆਂ ਹੋਣ? ਤੈਨੂੰ ਦਰਦ ਤਾਂ ਨਾ ਹੋਈ? ਲਿਆ ਮੈਂ ਤੇਰੇ ਚਰਨ ਘੁੱਟ ਦੇਵਾਂ, ਮੈਂ ਤੇਰੇ ਪੈਰ ਘੁੱਟ ਦੇਵਾਂ। ਇੰਨੀ ਨਿਮਰਤਾ ਗੁਰੂ ਪਾਤਸ਼ਾਹ ਮਹਾਰਾਜ ਨੇ। ਐਵੇਂ ਨਹੀਂ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਨਿਮਰਤਾ ਕਹੀ ਕਿ ਨਿਮਰਤਾ ਰੱਖੋ। ਮਹਾਰਾਜ ਨੇ ਆਪ ਵੀ ਦਿਖਾਈ ਹੈ ਕਿ ਇੰਨੀ ਨਿਮਰਤਾ ਜੀ। ਸਾਨੂੰ ਕੋਈ ਇੱਕ ਬਚਨ ਬੋਲ ਦਵੇ, ਫਟ ਉਸ ਦਾ ਜਵਾਬ ਦਿੰਦੇ ਆ, 4 ਵੱਤੀਆਂ ਅੱਗੇ ਸੁਣਾਉਣੇ ਆ। ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਕੁਝ ਨਹੀਂ ਕਿਹਾ ਤੇ ਭਾਈ ਦਾਤੂ ਸ਼ਰਮਿੰਦਾ ਹੋਇਆ ਹੋਇਆ ਵਾਪਸ ਚਲਾ ਗਿਆ। ਜਦੋਂ ਕਹਿੰਦੇ ਵਾਪਸ ਗਿਆ ਤੇ ਕੀਤੀ ਦਾ ਫਲ ਤੇ ਭਾਈ ਕਰਤਾਰ ਦਿੰਦਾ ਹੀ ਹੈ। ਅਗਲਾ ਭਾਵੇਂ ਕੁਝ ਕਵੇ ਨਾ ਕਵੇ, ਪਰ ਆਂਦੇ ਜੋ ਭਾਈ ਦਾਤੂ ਨੇ ਕੀਤੀ ਉਹਨੂੰ ਸਜ਼ਾ ਮਿਲੀ। ਰਸਤੇ ਵਿੱਚ ਜਾਂਦਾ ਹੈ ਤੇ ਰਸਤੇ ਵਿੱਚ ਕੋਈ ਡਾਕੂ ਮਿਲੇ, ਕੋਈ ਚੋਰ ਮਿਲੇ। ਡਾਕੂ ਚੋਰਾਂ ਨੇ ਉਹਨੂੰ ਲੁੱਟ ਲਿਆ। ਆਂਦੇ ਰਾਹ ਦੇ ਵਿੱਚ ਰੋਕ ਲਿਆ। ਜਿਹੜੀ ਲੱਤ, ਹੁਣ ਚੋਰਾਂ ਨੂੰ ਕੀ ਪਤਾ ਕਿ ਮਰਦੇ ਲੱਤ ਮਾਰ ਕੇ ਆਇਆ, ਡਾਕੂਆਂ ਨੂੰ ਕੀ ਪਤਾ ਕਿ ਆ ਕਰਕੇ ਆਇਆ, ਕਰਤੂਤ ਕੀਤੀ ਹੈ। ਆਂਦੇ ਉਹਨਾਂ ਚੋਰਾਂ ਨੇ ਉਹਦੀ ਲੱਤ ਮਾਰ ਮਾਰ ਕੇ ਡਾਂਗਾ ਭੰਨ ਦਿੱਤੀ। ਸਾਰੀ ਜ਼ਿੰਦਗੀ ਮੰਜੇ ਤੇ ਪਿਆ ਰਿਹਾ, ਉੱਠ ਨਾ ਸਕਿਆ, ਇੰਨੀ ਪੀੜ ਨਿਕਲਦੀ ਸੀ। ਉਹ ਲੱਤ ਕਰਕੇ ਉਹਦੀ ਮੌਤ ਹੋ ਗਈ। ਜੋ ਕੀਤੀ ਸੀ ਉਹਦੀ ਸਜ਼ਾ ਮਿਲ ਗਈ, ਪਰ ਮਾਰਨੇ ਕੋਈ ਬਚਨ ਨਹੀਂ ਸਨ ਕੀਤੇ। ਤੇ ਐਸੇ ਗੁਰੂ ਅਮਰਦਾਸ ਮਹਾਰਾਜ ਦੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ। ਇਕੱਲੀ ਨਿਮਰਤਾ ਕਹੀ ਨਹੀਂ ਹੈ, ਰੱਖੋ ਸਿੱਖੋ, ਤੁਹਾਡੇ ਅੰਦਰ ਪ੍ਰੇਮ ਪਿਆਰ ਨਿਮਰਤਾ ਹੋਣੀ ਚਾਹੀਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਨੇ ਰੱਖੀ ਵੀ ਹੈ, ਕਰਕੇ ਦਿਖਾਈ ਵੀ ਹੈ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਆਪਣਾ ਸਾਰਾ ਜ਼ਿੰਦਗੀ, ਸਾਰਾ ਜੀਵਨ ਇਸੇ ਤਰ੍ਹਾਂ ਗੁਜ਼ਾਰਾ ਕੀਤਾ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰਤਾ ਗੱਦੀ ਤੇ ਆਉਂਦੇ ਨੇ। ਮਹਾਰਾਜ ਨੇ ਐਸੀਆਂ ਜਿਹੜੀਆਂ ਕਿ ਪ੍ਰਥਾ ਸਨ ਜ਼ਿੰਦਗੀਆਂ ਦੇ ਵਿੱਚ, ਸੰਸਾਰ ਦੇ ਵਿੱਚ ਚੱਲ ਰਹੀਆਂ ਸਨ, ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਕਈਆਂ ਦੇ ਰੋਕ ਲਾਏ ਤੇ ਕਈ ਮਾਰਨੇ ਚਲਾਈਆਂ। ਸਭ ਤੋਂ ਪਹਿਲਾਂ ਵਿਸਾਖੀ ਵਾਲੇ ਦਿਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਬੌਲੀ ਸਾਹਿਬ ਜੋ ਤੀਰਥ ਬਣਵਾਇਆ,
ਜਿਹਦੀਆਂ 84 ਪੌੜੀਆਂ ਨੇ। ਉਸ 84 ਪੌੜੀਆਂ ਤੇ ਅੱਜ ਵੀ ਜੋ ਇਸ਼ਨਾਨ ਕਰਦਾ ਹੈ ਨਾਲ ਜਪਜੀ ਸਾਹਿਬ ਪੜ੍ਹਦਾ ਹੈ, ਉਹਦੀ ਗੁਰੂ ਅਮਰਦਾਸ ਪਾਤਸ਼ਾਹ 84 ਕੱਟ ਦਿੰਦੇ ਨੇ। ਜਿੰਨੇ ਵੀ ਭਾਵੇਂ ਪਾਪ ਕੀਤੇ ਹੋਣ ਮਹਾਰਾਜ ਦੂਰ ਕਰ ਦਿੰਦੇ ਨੇ। ਮਹਾਰਾਜ ਨੇ ਉਹ ਤੀਰਥ ਬਣਾਇਆ ਬੌਲੀ ਸਾਹਿਬ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਧਰਤੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਰਸ਼ਨ ਕਰਨ ਵਾਸਤੇ ਆਇਆ ਅਕਬਰ ਬਾਦਸ਼ਾਹ। ਜਦੋਂ ਅਕਬਰ ਬਾਦਸ਼ਾਹ ਆਇਆ ਨਾ, ਸਤਿਗੁਰੂ ਮਹਾਰਾਜ ਉਹਨੇ ਬੜੀ ਮਹਾਰਾਜ ਦੀ ਸਿਫਤ ਸੁਣੀ ਸੀ, ਤਾਰੀਫ ਸੁਣੀ ਸੀ। ਉਹਨੇ ਕਿਹਾ ਕਿਉਂ ਨਾ ਮਹਾਰਾਜ ਦੇ ਦਰਸ਼ਨ ਕੀਤੇ ਜਾਣ, ਕਿਉਂਕਿ ਉਹ ਜਾਣਦਾ ਸੀ ਕਿ ਸਾਡੇ ਵੱਡੇ ਵਡੇਰੇ ਬਾਬਰ ਇਹਨਾਂ ਦਾ ਸੀ ਆਂਦੇ, ਉਹ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਦਾ ਭੌਰਾ ਸੀ। ਉਹਨਾਂ ਦੀ ਹੀ ਗੱਦੀ ਤੇ ਬੈਠੇ ਨੇ ਗੁਰੂ ਅਮਰਦਾਸ। ਮੈਂ ਦਰਸ਼ਨ ਕਰਨਾ ਚਾਹੁੰਦਾ। ਚੱਲ ਕਰਕੇ ਗੋਇੰਦਵਾਲ ਸਾਹਿਬ ਆਇਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਸਿੱਖਾਂ ਨੇ ਆਣ ਕੇ ਦੱਸਿਆ ਮਹਾਰਾਜ ਦਿੱਲੀ ਤੋਂ ਚੱਲ ਕਰਕੇ ਅਕਬਰ ਬਾਦਸ਼ਾਹ ਆਇਆ ਆਪ ਜੀ ਦੇ ਦਰਸ਼ਨ ਕਰਨ ਵਾਸਤੇ, ਮਾਰੇ ਦਰਸ਼ਨ ਬਖਸ਼ੋ। ਮਾਰੇ ਕਹਿੰਦੇ ਅਸੀਂ ਦਰਸ਼ਨ ਨਹੀਂ ਦੇਣੇ। ਮਹਾਰਾਜ ਇੱਕ ਹੀ ਕਾਰਨ, ਬਾਦਸ਼ਾਹ ਹੈ ਹਿੰਦੁਸਤਾਨ ਦਾ, ਸਾਰੀ ਦੁਨੀਆ ਥਰ ਥਰ ਕੰਬਦੀ ਹੈ, ਉਹਦਾ ਬਚਨ ਮੰਨਦੀ ਹੈ, ਉਹਨੂੰ ਦਰਸ਼ਨ ਬਖਸ਼ੋ। ਮਾਰੇ ਕਹਿੰਦੇ ਦਰਸ਼ਨ ਇਦਾਂ ਨਹੀਂ, ਉਹਨੂੰ ਕਹੇ ਪਹਿਲੇ ਪੰਗਤ ਪਾਛੈ ਸੰਗਤ। ਪਹਿਲਾਂ ਪੰਗਤ 'ਚ ਜਾ ਕੇ ਪ੍ਰਸ਼ਾਦਾ ਪਾਣੀ ਛਕੇ, ਲੰਗਰ ਵਿੱਚੋਂ ਲੰਗਰ ਛਕ ਕਰਕੇ ਫਿਰ ਸਾਡੇ ਕੋਲ ਆਵੇ, ਫਿਰ ਅਸੀਂ ਦਰਸ਼ਨ ਦੇਵਾਂਗੇ। ਐਦਾਂ ਅਸੀਂ ਦਰਸ਼ਨ ਨਹੀਂ ਦੇਣੇ। ਹੁਣ ਕੋਈ ਸਾਡੇ ਹੀ ਆਪਾਂ ਵੇਖ ਲਈਏ, ਕੋਈ ਵੱਡਾ ਆ ਜਾਵੇ, ਅਫਸਰ ਆ ਜਾਵੇ, ਆਂਦੇ ਮਗਰ ਚਾਪਲੂਸੀਆਂ ਕਰਨ ਵਾਸਤੇ ਤੁਰ ਜਾਂਦੇ ਆ। ਗੁਰੂ ਦਾ ਭਾਵੇਂ ਅਦਬ ਸਤਿਕਾਰ ਸਾਨੂੰ ਕਿਧਰ ਵੀ ਜਾਵੇ ਅਸੀਂ ਨਹੀਂ ਧਿਆਨ ਦਿੰਦੇ, ਪਰ ਮੇਨ ਹੈ ਗੁਰੂ ਦਾ ਸਤਿਕਾਰ, ਜੋ ਗੁਰੂ ਦਾ ਬਚਨ ਹੈ। ਮਹਾਰਾਜ ਨੇ ਪ੍ਰਵਾਹ ਨਹੀਂ ਕੀਤੀ ਹੋਵੇਗਾ ਅਕਬਰ ਬਾਦਸ਼ਾਹ ਦੇ ਘਰ ਦੇ ਵਿੱਚ। ਇਹ ਗੁਰੂ ਨਾਨਕ ਦਾ ਘਰ, ਇੱਥੇ ਰੰਕ ਰਾਜਾ ਗਰੀਬ ਇੱਕ ਸਮਾਨ ਹੈ। ਇੱਥੇ ਕਿਸੇ ਨੂੰ ਕੋਈ ਵੱਡਾ ਨਹੀਂ, ਇੱਥੇ ਵੱਡਾ ਉਹ ਹੈ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਹੈ, ਹੋਰ ਕੋਈ ਇੱਥੇ ਵੱਡਾ ਨਹੀਂ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿ ਉਹਨੂੰ ਕਹੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕ, ਲੰਗਰ ਵਿੱਚ ਬਹਿ, ਪੰਗਤ ਵਿੱਚ ਬੈਠ, ਫਿਰ ਅਸੀਂ ਦਰਸ਼ਨ ਦੇਵਾਂਗੇ। ਇਹਦਾ ਵੀ ਇੱਕ ਕਾਰਨ ਸੀ। ਜਦੋਂ ਹੁਣ ਅਕਬਰ ਬਾਦਸ਼ਾਹ ਵੀ ਉਹਦੇ ਅੰਦਰ ਨਿਮਰਤਾ ਸੀ, ਆਂਦੇ ਜਿੰਨੇ ਕੁਝ ਪਾਉਣਾ ਹੋਵੇ ਨਾ, ਕੁਝ ਲੈਣ ਵਾਸਤੇ ਕੁਝ ਦੇਣਾ ਪੈਂਦਾ ਹੈ। ਉਹਨੇ ਦੇ ਮਨ ਵਿੱਚ ਨਿਮਰਤਾ ਸੀ, ਹੰਕਾਰਿਆ ਨਹੀਂ ਸੀ ਸਾਡੇ ਵਰਗਾ, ਨਹੀਂ ਦੇਣੇ ਦਰਸ਼ਨ ਤੇ ਨਾ ਦੇਣ ਮੈਂ ਚੱਲਿਆ। ਪਰ ਨਹੀਂ, ਪਿਆਰ ਸੀ ਅੰਦਰ ਮਹਾਰਾਜ ਦੇ ਪ੍ਰਤੀ, ਦਰਸ਼ਨ ਕਰਨਾ ਸੀ ਮਹਾਰਾਜ ਦੇ। ਉਹਨੇ ਬਚਨ ਮੰਨੇ, ਲੰਗਰ ਦੇ ਵਿੱਚ ਗਿਆ, ਜਾ ਕੇ ਕੀ ਵੇਖਦਾ, ਉੱਥੇ ਸਾਰੇ ਬੈਠੇ ਨੇ, ਟਾੜ ਲੱਗੇ ਨੇ, ਆਂਦੇ ਲੈਣਾ ਲੱਗੀਆਂ ਨੇ, ਪੰਗਤਾਂ ਲੱਗੀਆਂ ਨੇ। ਜਾ ਕੇ ਬੈਠ ਗਿਆ। ਜਦੋਂ ਪ੍ਰਸ਼ਾਦਾ ਛਕ ਰਿਹਾ ਨਾ, ਪ੍ਰਸ਼ਾਦਾ ਛਕਦਿਆਂ ਛਕਦਿਆਂ ਲਾਗੇ ਨਜ਼ਰ ਪੈ ਗਈ, ਕੀ ਵੇਖਦਾ, ਇੱਕ ਪਾਟੇ ਪੁਰਾਣੇ ਕੱਪੜੇ ਪਾਏ ਹੋਏ ਭਿਖਾਰੀ ਬੈਠਾ ਮੇਰੇ ਲਾਗੇ। ਜਦੋਂ ਅਕਬਰ ਬਾਦਸ਼ਾਹ ਨੇ ਇਹ ਵੇਖ ਲਿਆ ਤੇ ਉਹਨੇ ਸਹੀ ਜਾਣਿਆ। ਉਹਨੇ ਕਿਹਾ ਮੈਨੂੰ ਹੁਣ ਪਤਾ ਲੱਗਾ ਕਿ ਮਹਾਰਾਜ ਨੇ ਮੈਨੂੰ ਕਿਉਂ ਕਿਹਾ ਕਿ ਪਹਿਲਾਂ ਜਾ ਕੇ ਲੰਗਰ ਛਕ। ਇਸ ਲੰਗਰ ਦੇ ਵਿੱਚ, ਇਸ ਪੰਗਤ ਦੇ ਵਿੱਚ ਮਹਾਰਾਜ ਨੇ ਮੈਨੂੰ ਇਹ ਜਨਾ ਦਿੱਤਾ ਕਿ ਅਕਬਰ ਬਾਦਸ਼ਾਹ ਕਦੀ ਮਾਨ ਨਾ ਕਰੀ ਬਾਦਸ਼ਾਹ ਹੋਣ ਦਾ। ਇੱਕੋ ਹੀ ਸਮਾਨ ਨੇ ਸਾਰੇ, ਭਾਵੇਂ ਤੂੰ ਰਾਜਾ ਹੈ, ਭਾਵੇਂ ਕੋਈ ਗਰੀਬ ਹੈ, ਸਾਰੇ ਇੱਕ ਹੀ ਪਰਮਾਤਮਾ ਦੇ ਬਣਾਏ ਹੋਏ ਨੇ, ਸਾਰੇ ਇੱਕ ਦੀ ਹੀ ਔਲਾਦ ਹਾਂ। ਵੇਖ ਮੇਰੇ ਲਾਗੇ ਹੀ ਗੁਰੂ ਮਹਾਰਾਜ ਨੇ ਇੱਕ ਮੰਗਤਾ ਪਾ ਦਿੱਤਾ ਹੈ। ਮੈਂ ਬਾਦਸ਼ਾਹ ਜਿਹੜਾ ਤਖਤਾਂ ਤੇ ਬਹਿਣ ਵਾਲਾ, ਅੱਜ ਮੇਰੇ ਲਾਗੇ ਗਰੀਬ ਬੈਠੇ ਨੇ, ਅਮੀਰ ਬੈਠੇ ਨੇ, ਸਾਰਿਆਂ ਨੂੰ ਇੱਕ ਥਾਂ ਤੇ ਪਾ ਦਿੱਤਾ। ਮਹਾਰਾਜ ਨੇ ਇਹ ਕਿਹਾ ਸੀ ਕਿ ਸਾਰਿਆਂ ਨੇ ਇੱਕ ਥਾਂ ਹੋ ਕਰਕੇ ਨਿਮਰਤਾ ਦੇ ਨੇ, ਪਿਆਰ ਦੇ ਨਾਲ ਰਹਿਣਾ। ਗੁਰੂ ਪਾਤਸ਼ਾਹ ਨੇ ਕੋਈ ਊਚ ਨੀਚ ਨਹੀਂ ਕੀਤੀ, ਜਾਤ ਪਾਤ ਦਾ ਖੰਡਨ ਕੀਤਾ ਹੈ ਮਹਾਰਾਜ ਨੇ। ਅਮੀਰੀ ਗਵੀਰੀ ਨਹੀਂ ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਵੇਖੀ ਜਾਂਦੀਆਂ, ਇਹ ਸਾਰੀਆਂ ਦੁਨੀਆ ਦੇ ਵਿੱਚ ਹੋਵੇਗਾ, ਧਰਮਾਂ ਦੇ ਵਿੱਚ ਹੋਵੇਗਾ, ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਇਹ ਗੱਲ ਨਹੀਂ ਹੈ। ਤੇ ਜਦੋਂ ਆਂਦੇ ਇਹਦੇ ਅੰਦਰ ਹੋਰ ਸ਼ਰਧਾ ਵਧੀ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦੇ ਪ੍ਰਤੀ ਕਿ ਮਹਾਰਾਜ ਨੇ ਮੈਨੂੰ ਜਨਾ ਦਿੱਤਾ ਸੀ, ਜਿਹੜਾ ਥੋੜਾ ਬਹੁਤਾ ਵੀ ਹੰਕਾਰ ਸੀ ਖਤਮ ਹੋ ਗਿਆ। ਫਿਰ ਗਿਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਜਦੋਂ ਦਰਸ਼ਨ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਗਿਆ, ਮੱਥਾ ਟੇਕਿਆ, ਨਮਸਕਾਰ ਕੀਤੀ। ਮਹਾਰਾਜ ਕੁਛ ਇਹ ਵੀ ਕੁਛ ਹੋਇਆ ਮਹਾਰਾਜ ਦੇ ਦਰਸ਼ਨ ਕਰਕੇ। ਫਿਰ ਕੁਝ ਬਚਨ ਬਲਾਸ ਕੀਤੇ ਆਪਸ ਦੇ ਵਿੱਚ। ਫਿਰ ਮਨ ਨੂੰ ਕਹਿੰਦਾ, ਮਹਾਰਾਜ ਮੇਰੇ ਮਨ ਦੇ ਵਿੱਚ ਇੱਛਾ ਹੈ, ਸ਼ਰਧਾ ਹੈ ਕਿ ਮੈਂ ਆਪ ਜੀ ਨੂੰ ਕੁਝ ਦੇ ਸਕਾਂ। ਕੁਝ ਜਗੀਰ ਲਾ ਦੇਣਾ ਹੈ ਮਹਾਰਾਜ ਗੁਰੂ ਘਰ ਦੇ ਨਾਂ ਤੇ, ਕੁਝ ਜ਼ਮੀਨ ਲਾ ਦੇਣਾ, ਕੁਝ ਜਗੀਰ ਕਰ ਦੇਣਾ, ਕੋਈ ਪਿੰਡ ਲਾ ਦੇਣਾ ਹੈ ਕਿ ਗੁਰੂ ਘਰ ਦੀਆਂ ਸੇਵਾਵਾਂ ਚੱਲਦੀਆਂ ਰਹਿਣ। ਗੁਰੂ ਮਹਾਰਾਜ ਕਹਿੰਦੇ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਦੇਣ ਵਾਸਤੇ ਨਹੀਂ, ਇੱਥੇ ਲੈਣ ਵਾਸਤੇ ਆਈਦਾ ਹੈ। ਤੂੰ ਕੀ ਦੇਵੇਂਗਾ ਗੁਰੂ ਨਾਨਕ ਦੇਵ ਨੂੰ? ਗੁਰੂ ਨਾਨਕ ਤੇ ਸਾਰੇ ਜਗਤ ਨੂੰ ਦੇਣ ਦੇ ਮਾਲਕ ਨੇ। ਇਹ ਗੁਰੂ ਨਾਨਕ ਦਾ ਘਰ ਹੈ। ਤੇ ਸਤਿਗੁਰੂ ਪਾਤਸ਼ਾਹ ਨੇ ਉਹਨੇ ਫੇਰ ਕਿਹਾ, ਮਹਾਰਾਜ ਫਿਰ ਵੀ ਕੋਈ ਸੇਵਾ? ਮਹਾਰਾਜ ਕਹਿੰਦੇ ਜੇ ਜ਼ਿਆਦਾ ਹੀ ਕਹਿਣਾ ਹੈ, ਜੇ ਇੱਕ ਤੇਰਾ ਕੰਮ ਹੈ ਕਰਨ ਵਾਲਾ,
ਤੂੰ ਬਾਦਸ਼ਾਹ ਹੈ ਦੁਨੀਆ ਦਾ, ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਹੈ। ਤੇਰੇ ਲਈ ਇੱਕ ਕੰਮ ਹੈ, ਹੁਣ ਦੁਨੀਆ ਦੇ ਵਿੱਚ ਬੜੀ ਗੰਦੀ ਮਾੜੀ ਪ੍ਰਥਾ ਚੱਲ ਰਹੀ ਹੈ, ਸਤੀ ਪ੍ਰਥਾ। ਸਤੀ ਪ੍ਰਥਾ ਉਹ ਹੁੰਦੀ ਹੈ ਕਿ ਜਦੋਂ ਪਤੀ ਚੜ੍ਹਾਈ ਕਰ ਜਾਵੇ ਨਾ, ਤੇ ਜਿਹੜੀ ਘਰ ਵਾਲੀ ਹੁੰਦੀ ਹੈ, ਜਦੋਂ ਪਤੀ ਨੂੰ ਸਾੜਦੇ ਨੇ ਉਹਨੂੰ ਵੀ ਨਾਲੇ ਸਾੜ ਦਿੰਦੇ ਆ। ਕਹਿੰਦੇ ਉਹ ਤਾਂ ਮਰ ਗਿਆ, ਤੇਰਾ ਖਸਮ ਹੈ, ਤੂੰ ਜੂ ਕੇ ਕੀ ਕਰਨਾ ਹੈ। ਪਹਿਲਾਂ ਸਮਿਆਂ ਵਿੱਚ ਮਹਾਰਾਜ ਕਹਿੰਦੇ ਇਹਨੂੰ ਸਾੜ ਦਿੱਤਾ ਜਾਂਦਾ ਸੀ, ਖਤਮ ਕਰ ਦਿੰਦਾ ਸੀ। ਜੇ ਤੇਰਾ ਘਰ ਦਾ ਨਹੀਂ ਰਿਹਾ ਕਿ ਤੂੰ ਰਹਿ ਕੇ ਕੀ ਕਰਨਾ ਹੈ, ਨਾਲੇ ਸਾੜ ਦਿੱਤਾ ਜਾਂਦਾ ਸੀ, ਖਤਮ ਕਰ ਦਿੱਤਾ ਜਾਂਦਾ ਸੀ। ਮਹਾਰਾਜ ਕਹਿੰਦੇ ਇਸ ਉਤੇ ਪਾਬੰਦੀ ਲਾ ਦੇ, ਕਾਨੂੰਨੀ ਜ਼ੁਲਮ ਕਰਦੇ। ਜੇ ਕਿਸੇ ਦਾ ਕਤਲ ਕਰਨਾ ਜ਼ੁਲਮ ਹੈ, ਆਂਦੇ ਇਹ ਵੀ ਜ਼ੁਲਮ ਹੈ। ਜੇ ਕੋਈ ਕਰੇਗਾ ਉਹਨੂੰ ਉਹਦੀ ਸਜ਼ਾ ਦਿੱਤੀ ਜਾਵੇਗੀ, ਫਾਂਸੀ ਲਾਈ ਜਾਵੇਗੀ, ਉਮਰ ਕੈਦ ਦਿੱਤੀ ਜਾਵੇਗੀ, ਇਹ ਤੇ ਰੋਕ ਲਾ ਦੇ। ਆਂਦੇ ਗੁਰੂ ਪਾਤਸ਼ਾਹ ਮਹਾਰਾਜ ਦੇ ਬਚਨ ਪੂਰੇ ਹੋਏ ਨੇ, ਬਚਨਾਂ ਦੀ ਪਾਲਣਾ ਕੀਤੀ। ਗੁਰੂ ਮਹਾਰਾਜ ਦੇ ਬਚਨਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਕਹਿ ਕਰਕੇ ਆਂਦੇ ਇਹ ਸਤੀ ਪ੍ਰਥਾ ਬੰਦ ਕਰਾਈ। ਬੜੀ ਵੱਡੀ ਦਾਤ ਹੈ ਮਹਾਰਾਜ ਦੀ, ਜਿਨ੍ਹਾਂ ਨੇ ਇਸ ਕਿਰਪਾ ਕੀਤੀ, ਦਇਆ ਕੀਤੀ, ਮਿਹਰ ਕਰਕੇ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪ੍ਰਥਾ ਬੰਦ ਕਰਵਾਈਆਂ। ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ ਕਈ ਕੌਤਕ ਵਰਤਾਏ। ਫਿਰ ਅੰਤ ਤੇ ਜੋ ਸਤਿਗੁਰੂ ਪਾਤਸ਼ਾਹ ਅੱਜ ਜੋਤੀ ਜੋਤ ਦਿਵਸ ਹੈ, ਜਦੋਂ ਮਹਾਰਾਜ ਨੇ ਜੋਤੀ ਜੋਤ ਸਤਿਗੁਰੂ ਪਾਤਸ਼ਾਹ ਨੇ ਸਮਾਉਣਾ ਸੀ ਨਾ, ਤੇ ਆਪਣੇ ਜਵਾਈ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਦੇਣ ਵਾਸਤੇ। ਗੁਰੂ ਮਹਾਰਾਜ ਉਹਨਾਂ ਨੂੰ ਸੇਵਾ ਦੇ ਪੁੰਜ ਜਾਣ ਕਰਕੇ ਉਹਨਾਂ ਨੂੰ ਗੁਰਤਾ ਗੱਦੀ ਦੇਣੀ ਸੀ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਦੇ 4 ਸਤਿਗੁਰੂ ਮਹਾਰਾਜ ਦੀ ਸੰਤਾਨ ਹੈ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਬੀਬੀ ਦਾਨੀ ਜੀ ਦੀ ਬੀਬੀ ਭਾਨੀ ਜੀ। ਇਹ 2 ਪੁੱਤਰ ਤੇ 2 ਪੁੱਤਰੀਆਂ। ਹੁਣ ਜਿਹੜੀ ਬੀਬੀ ਭਾਨੀ ਸੀ ਨਾ, ਸਭ ਤੋਂ ਛੋਟੀ, ਜਿਹਦਾ ਆਨੰਦ ਕਾਰਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਨਾਲ ਹੋਇਆ। ਉਹਨਾਂ ਨੇ ਆਪਣੇ ਪਿਤਾ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਪਿਤਾ ਕਰਕੇ ਨਹੀਂ ਜਾਣਿਆ। ਉਹਨਾਂ ਨੇ ਸਾਰੀ ਜ਼ਿੰਦਗੀ ਗੁਰੂ ਅਮਰਦਾਸ ਮਹਾਰਾਜ ਨੂੰ ਪਰਮੇਸ਼ਰ ਰੂਪ ਕਰਕੇ ਜਾਣਿਆ, ਉਹਨਾਂ ਦੀ ਸੇਵਾ ਕੀਤੀ ਹੈ। ਆਂਦੇ ਇੱਕ ਦਿਨ ਇਸ਼ਨਾਨ ਕਰਾਉਣ ਦੀ ਸੇਵਾ ਕਰਦੇ ਨੇ, ਵਸਤਰਾਂ ਦੀ ਸੇਵਾ ਕਰਦੇ ਨੇ। ਗੁਰੂ ਮਹਾਰਾਜ ਸੇਵਾ ਜਦੋਂ ਕੀਤੀ ਹੈ ਤੇ ਗੁਰੂ ਮਹਾਰਾਜ ਬੜੇ ਖੁਸ਼ ਹੋਏ ਤੇ ਮਹਾਰਾਜ ਨੇ ਕਿਹਾ ਕਿ ਤੁਸੀਂ ਕੁਝ ਮੰਗ ਲਓ। हे ਪੁੱਤਰੀ ਜੀ, ਕੋਈ ਤੁਹਾਨੂੰ ਚਾਹੀਦਾ, ਤੁਹਾਡੇ ਮਨ ਵਿੱਚ ਇੱਛਾ ਹੈ, ਕੁਝ ਮੰਗ ਲਓ। ਉਹਨਾਂ ਕਿਹਾ ਸਤਿਗੁਰੂ ਮਹਾਰਾਜ ਜੀ, हे ਪਿਤਾ ਜੀ, ਮੈਨੂੰ ਕੁਝ ਨਹੀਂ ਚਾਹੀਦਾ, ਬਸ ਤੁਸੀਂ ਆਪਣੀ ਸੇਵਾ ਬਖਸ਼ੀ, ਹੋਰ ਮੈਨੂੰ ਕੀ ਚਾਹੀਦਾ। ਮਹਾਰਾਜ ਕਹਿੰਦੇ ਫਿਰ ਵੀ ਤੁਹਾਡੇ ਮਨ ਵਿੱਚ ਜੇ ਕੋਈ ਇੱਛਾ ਹੋਵੇ ਤੇ ਦੱਸੋ। ਬੀਬੀ ਭਾਨੀ ਜੀ ਨੇ ਕਿਹਾ ਕਿ ਸਤਿਗੁਰੂ ਪਿਤਾ ਜੀ, ਜੇ ਟੁੱਟੇ ਹੀ ਜੋ ਕਿਰਪਾ ਕਰ ਦਵੋ, ਮਿਹਰ ਕਰ ਦਵੋ ਮਹਾਰਾਜ, ਇਹ ਜੋ ਗੁਰਤਾ ਗੱਦੀ ਹੈ ਸਾਰੀ ਜ਼ਿੰਦਗੀ ਸੋਢੀ ਘਰ ਦੇ ਵਿੱਚ ਹੀ ਰਵੇ, ਸੋਢੀ ਵੰਸ਼ ਦੇ ਵਿੱਚ ਹੀ ਰਵੇ, ਸਤਿਗੁਰੂ ਪਾਤਸ਼ਾਹ ਕਿਰਪਾ ਕਰ ਦਵੋ। ਮਹਾਰਾਜ ਨੇ ਬਚਨ ਕਰ ਦਿੱਤੇ, ਠੀਕ ਹੈ, ਅੱਜ ਤੋਂ ਸੋਢੀ ਵੰਸ਼ ਦੇ ਵਿੱਚ ਹੀ ਇਹ ਗੁਰਤਾ ਗੱਦੀ ਰਵੇਗੀ, ਬਾਹਰ ਨਹੀਂ ਜਾਵੇਗੀ। ਤੇ ਗੁਰੂ ਮਹਾਰਾਜ ਦੇ ਬਚਨ ਅਟਲ ਹੋਏ। ਸੋਢੀ ਵੰਸ਼ ਦੇ ਸਿਰਮੌਰ ਧੰਨ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੋਂ ਗੁਰਤਾ ਗੱਦੀ ਚੱਲੀ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਅੱਗੇ ਪੁੱਤਰ ਨੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੂੰ ਗੁਰਤੇ ਗੱਦੀ ਮਿਲੀ। ਫਿਰ 6ਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ, ਜੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਨੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦੇ ਵੱਡੇ ਬਾਬਾ ਗੁਰਦਿੱਤਾ ਜੀ ਤੇ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਧੰਨ ਸਾਹਿਬ ਸ੍ਰੀ ਗੁਰੂ ਹਰਿ ਪਾਤਸ਼ਾਹ, ਉਹਨਾਂ ਨੂੰ ਗੁਰਤਾ ਗੱਦੀ ਮਿਲਦੀ ਹੈ 7ਵੀਂ ਥਾਂ ਤੇ। ਫਿਰ 8ਵੀਂ ਥਾਂ ਤੇ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਧੰਨ ਗੁਰੂ ਹਰਿ ਪਾਤਸ਼ਾਹ ਮਹਾਰਾਜ ਦੇ ਪੁੱਤਰ ਨੇ, ਉਹਨਾਂ ਨੂੰ ਗੁਰਤਾ ਗੱਦੀ ਮਿਲਦੀ ਹੈ। ਫਿਰ 9ਵੇਂ ਪਾਤਸ਼ਾਹ ਨੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਪੁੱਤਰ ਨੇ, ਸਭ ਤੋਂ ਛੋਟੇ। ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਤਾ ਗੱਦੀ ਫਿਰ ਸੋਢੀ ਵੰਸ਼ ਦੇ ਵਿੱਚ ਰਹੀ ਹੈ, ਸੋਢੀ ਵੰਸ਼ ਤੋਂ ਬਾਹਰ ਨਹੀਂ ਰਹੀ। ਗੁਰੂ ਅਮਰਦਾਸ ਮਹਾਰਾਜ ਦੇ ਇਹ ਵੀ ਬਚਨ ਪੂਰੇ ਹੋਏ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਹਿੰਦੇ ਆ ਕਿ ਬੀਬੀ ਭਾਨੀ ਨੂੰ 3 ਭੱਬੇ ਸਾਂਭਣ ਦੀ ਗੱਲ ਕਹੀ ਸੀ। ਮਹਾਰਾਜ ਨੇ ਬਚਨ ਕਹੇ ਸਨ ਕਿ ਭੱਬਾ ਭਲਾ, ਭੱਬਾ ਭਾਣਾ, ਭੱਬਾ ਭਰੋਸਾ। ਇਹ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਤੁਸੀਂ ਇਸ ਉਪਦੇਸ਼ ਨੂੰ ਆਪਣੇ ਅੰਦਰ ਗ੍ਰਹਿਣ ਕਰਨਾ ਹੈ। ਤੇ ਬੀਬੀ ਭਾਨੀ ਜੀ ਹਮੇਸ਼ਾ ਹੀ ਭੱਬਾ ਭਰੋਸਾ, ਭੱਬਾ ਭਾਣਾ ਤੇ ਭੱਬਾ ਭਲਾ ਆਂਦੇ ਕਰਨ ਤੱਕ ਆਂਦੇ ਉਹਨਾਂ ਨੇ ਆਪਣਾ ਸਾਰਾ ਜੀਵਨ ਆਪਣੇ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਪੂਰਨ ਕਰਦਿਆਂ ਹੋਇਆਂ ਉਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ। ਤੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੱਜ ਦੇ ਦਿਨ
ਜਿਨ੍ਹਾਂ ਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਗੋਇੰਦਵਾਲ ਸਾਹਿਬ ਧਰਤੀ ਤੇ 1574 ਈਸਵੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਭੱਟ ਕਵੀਆਂ ਨੇ ਗੁਰੂ ਅਮਰਦਾਸ ਮਹਾਰਾਜ ਦੀ ਸਿਫਤ ਕਰਦੇ ਨੇ ਆਪਣੇ ਸਵਈਆਂ ਦੇ ਵਿੱਚ। ਉਹ ਕਹਿੰਦੇ ਨੇ ਕਨ ਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਨਹਿ ਜੋ ਗਾਵੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਕਵੀ ਜੀ ਕਹਿੰਦੇ ਨੇ, ਉਹ ਕਹਿੰਦੇ ਨੇ ਜਦੋਂ ਮੀਂਹ ਪੈਂਦਾ ਹੋਵੇ ਨਾ, ਬਾਰਿਸ਼ ਹੁੰਦੀ ਹੋਵੇ ਤੇ ਕਣੀਆਂ ਪੈਂਦੀਆਂ ਨੇ, ਉਹ ਕਣੀਆਂ ਗਿਣੀਆਂ ਜਾ ਸਕਦੀਆਂ ਨੇ? ਬਾਰਿਸ਼ ਦੀਆਂ ਛਿੱਟਾਂ ਗਿਣੀਆਂ ਜਾ ਸਕਦੀਆਂ? ਨਹੀਂ ਗਿਣੀਆਂ ਜਾ ਸਕਦੀਆਂ। ਤੇ ਪਰ ਗਿਣ ਸਕੀਆਂ ਜਾਣ, ਗਿਣ ਸਕਦੇ ਨੇ, ਕੋਈ ਵੱਡੀ ਗੱਲ ਨਹੀਂ। ਆਸਮਾਨ ਦੇ ਵਿੱਚ ਤਾਰੇ ਕਿੰਨੇ ਨੇ? ਨਹੀਂ ਗਿਣੇ ਜਾ ਸਕਦੇ। ਪਰ ਆਂਦੇ ਕੋਈ ਗਿਣੂ ਹੈ, ਗਿਣ ਲਵੇ। ਕਿੰਨੀ ਬਨਸਪਤੀ ਹੈ, ਕਿੰਨੇ ਫਲ ਨੇ, ਫੁੱਲ ਨੇ, ਗਿਣੇ ਨਹੀਂ ਜਾ ਸਕਦੇ, ਪਰ ਕੋਈ ਵੀ ਗਿਣ ਸਕਦਾ, ਗਿਣ ਲਵੇ। ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੇਰੀ ਉਪਮਾ ਤੋਹੇ ਬਣ ਆਵੇ। ਜੇ ਤੇਰੇ ਗੁਣਾਂ ਨੂੰ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਮਹਾਰਾਜ ਜੀ ਤੁਹਾਡੀ ਮਹਿਮਾ ਨੂੰ ਮੈਂ ਗਾ ਨਹੀਂ ਸਕਦਾ, ਕਹਿ ਨਹੀਂ ਸਕਦਾ। ਤੁਸੀਂ ਬੇਅੰਤ ਜੇ, ਸਿਰਮੌਰ ਜੇ। ਆਪ ਜੀ ਦੀ ਵਡਿਆਈ ਬੇਅੰਤ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਅਕਥ ਕਥਾ ਹੈ, ਜਿਨ੍ਹਾਂ ਬਾਰੇ ਕਥੀ ਨਾ ਜਾਏ, ਕਿਤੇ ਵੀ ਕਥੇ ਨਹੀਂ ਜਾ ਸਕਦੀ। ਅਸੀਂ ਗੁਰੂ ਮਹਾਰਾਜ ਦੀ ਸਿਫਤ ਕਰ ਸਕਦੇ ਹਾਂ, ਪਰ ਮਹਾਰਾਜ ਦਾ ਅੰਤ ਪਾਰਾਵਾਰ ਨਹੀਂ ਪਾ ਸਕਦੇ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਕੋਟਾਨ ਕੋਟ ਪ੍ਰਣਾਮ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਈਆਂ ਸਿੱਖਾਂ ਨੂੰ ਤਾਰਿਆ। ਜਗਤ ਦੇ ਵਿੱਚ ਜੱਟ ਤਾਰੇ, ਪੱਟ ਤਾਰੇ, ਕਈ ਮਹਾਰਾਜ ਨੇ ਕੁੱਲਾਂ ਤਾਰ ਦਿੱਤੀਆਂ। ਤਾਰੇ ਗਿਣੇ ਜਾਤ ਹੈ, ਪਰ ਤੇਰੇ ਤਾਰੇ ਨਾ ਗਨਾਤ ਹੈ। ਮਾਰੇ ਤਾਰੇ ਤਾਂ ਆਸਮਾਨ 'ਚ ਗਿਣੇ ਜਾ ਸਕਦੇ ਨੇ, ਪਰ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਤਾਰ ਦਿੱਤਾ ਉਹਨਾਂ ਦੀ ਕੋਈ ਗਿਣਤੀ ਨਹੀਂ। ਉਦੋਂ ਵੀ ਤਾਰਦੇ ਸੀ, ਅੱਜ ਵੀ ਤਾਰਦੇ ਨੇ। ਗੁਰੂ ਮਹਾਰਾਜ ਘਰ ਦੇ ਵਿੱਚ ਅੱਜ ਵੀ ਦਾਤਾਂ ਮਿਲਦੀਆਂ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਿਰਪਾ ਕਰਨ, ਆਪਣੇ ਦਰੋਂ ਕਰੋਂ ਗੁਰਸਿੱਖੀ, ਨਾਮਦਾਨ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ ਕਰਕੇ ਨਿਹਾਲ ਕਰਨ ਜੀ। ਲੇਖੈ ਕਤੇ ਨਾ ਛੂਟੀਐ, ਖਿਨ ਖਿਨ ਭੂਲਨਹਾਰ, ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰੋ। ਵਾਹਿਗੁਰੂ ਜੀ ਕਾ ਖਾਲਸਾ।